ਸੋ ਇਹ ਦੇਖੋ, ਇਹ ਤਸਵੀਰਾਂ ਨੇ ਜਿਹੜੀਆਂ ਅੱਖਾਂ ਮੇਰੀਆਂ ਵੀ ਨਮ ਨੇ, ਅੱਖਾਂ ਇਹਨਾਂ ਦੀਆਂ ਵੀ ਨਮ ਨੇ। ਸੋ ਤੁਸੀਂ ਦੇਖੋ ਤਸਵੀਰਾਂ ਜਿਹੜੀਆਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕੌੜਾ ਸੱਚ ਅਤੇ ਮੁਸਲਮਾਨ, ਇਹ ਟਾਈਟਲ ਕਿਉਂ ਦਿੱਤਾ ਔਰ ਇਹਦੇ ਪਿੱਛੇ ਦੀ ਕੀ ਕਹਾਣੀ ਕੀ ਹੈ, ਕੀ ਮਨ ਦੇ ਵਿੱਚ? ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਇੱਕ ਫੈਕਟ ਜਿਹੜੇ ਨੇ ਸਿੱਖ ਇਤਿਹਾਸ ਦੇ ਗ੍ਰੰਥਾਂ 'ਚ ਜਿਹੜੇ ਦਿੱਤੇ ਨੇ, ਇਹਨਾਂ ਨੂੰ ਜਿਹੜਾ ਹੈ ਉਹ ਵਿਚਾਰਿਆ ਜ਼ਰੂਰ ਜਾਏ। ਸਿੰਘ ਸਾਹਿਬ, ਬਹੁਤ ਜਿਹੜੇ ਅਸੀਂ ਕਹਿ ਲਈਏ ਕਿ ਬੜੇ ਵਹਿਮ ਭਰਮ ਇਤਿਹਾਸ ਦੇ ਵਿੱਚ ਮਿਥਿਹਾਸ ਨੂੰ ਰਲਗੱਡ ਕਰਕੇ ਦੋ ਕੌਮਾਂ ਨੂੰ ਦੂਰ ਕਰਨ ਦੀ ਇੱਕ ਜਿਹੜੀਆਂ ਕੋਝੀਆਂ ਸਾਜ਼ਿਸ਼ਾਂ ਪਿਛਲੇ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਹੁੰਦੀਆਂ ਰਹੀਆਂ ਨੇ, ਕਿਸੇ ਹੱਦ ਤੱਕ ਰੌਸ਼ਨੀ ਪਾਏਗੀ ਇਤਿਹਾਸ ਦੇ ਉੱਤੇ? ਧਰਮ ਦੇ ਮਾਮਲੇ ਤੇ ਨਾ ਸਿੱਖ ਧਰਮ ਦੀ ਇਸਲਾਮ ਨਾਲ ਕਦੇ ਲੜਾਈ ਸੀ, ਨਾ ਕਦੇ ਹੈ, ਨਾ ਭਵਿੱਖ 'ਚ ਹੋ ਸਕਦੀ ਹੈ, ਕਿ ਦੋਹਾਂ ਦੀ ਜੜ ਇੱਕ ਹੈ। ਕਿਤਾਬ ਦੇ ਵਿੱਚ ਕੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ? ਦੇਖੋ, ਤਸਵੀਰ ਦੇ ਦੋ ਰੁਖ ਹੁੰਦੇ ਨੇ, ਇੱਕ ਮਿਥਿਹਾਸਿਕ ਰੁਖ, ਇਤਿਹਾਸਿਕ ਰੁਖ। ਹੁਣ ਤੱਕ ਅਕਸਰ ਮਿਥਿਹਾਸਿਕ ਰੁਖ ਪੇਸ਼ ਕੀਤਾ ਜਾਂਦਾ ਰਿਹਾ। ਇਹਦੇ ਕਿਤਾਬ ਵਿੱਚ ਸਿੱਖ ਲਿਟਰੇਚਰ ਦੇ ਆਧਾਰ ਤੇ ਉਹ ਇਤਿਹਾਸਿਕ ਘਟਨਾਵਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਸਿੱਖ ਇਤਿਹਾਸਕਾਰਾਂ ਨੇ ਆਪ ਹੀ ਵਰਣਨ ਕੀਤੀਆਂ ਨੇ। ਹੁਣ ਬਾਕੀ ਪਾਠਕਾਂ ਦੇ ਹੈ, ਉਹ ਫੈਸਲਾ ਕਰਨਗੇ, ਉਹ ਜੱਜ ਨੇ। ਇਤਿਹਾਸ ਜਿਹੜਾ ਹੁੰਦਾ ਨਾ, ਤੇ ਸਮੇਂ ਦੇ ਹਿਸਾਬ ਦੇ ਨਾਲ ਗਰਦਸ਼ ਥੋੜੀ ਬਹੁਤੀ ਜੰਮ ਜਾਂਦੀ ਹੈ, ਲੇਕਿਨ ਜਿਹੜੇ ਸਕਾਲਰ ਹੁੰਦੇ ਆ, ਵਿਦਵਾਨ ਹੁੰਦੇ ਆ, ਉਹ ਵਕਤ ਦੇ ਨਾਲ ਗਰਦਸ਼ ਨੂੰ ਉਤਾਰਦੇ ਜਾਂਦੇ ਆ ਔਰ ਸਹੀ ਇਤਿਹਾਸ ਜਿਹੜਾ ਹੈ ਉਹ ਆਪਣੀ ਕੌਮ ਦੇ ਅੱਗੇ ਪੇਸ਼ ਕਰ ਸਕਣ। ਇਹ ਵਿਦਵਾਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਵਿਦਵਾਨਾਂ ਦਾ ਕਾਰਜ ਹੁੰਦਾ ਔਰ ਵਿਦਵਾਨ ਇਹ ਕਾਰਜ ਹਮੇਸ਼ਾ ਕਰਦੇ ਰਹਿੰਦੇ ਆ। ਮੈਨੂੰ ਲੱਗਦਾ ਹੈ ਕਿ ਨਸੀਰ ਸਾਹਿਬ ਨੇ ਇਸ ਕਿਤਾਬ ਦੇ ਵਿੱਚ ਉਹ ਸਾਰੇ ਇਤਿਹਾਸਕ ਹਵਾਲੇ ਦਿੱਤੇ ਨੇ ਜਿਨ੍ਹਾਂ ਕਰਕੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੋਈ ਸੀ। ਔਰ ਮੈਂ ਮਹਿਸੂਸ ਕਰਦਾ ਕਿ ਜਿਹੜੇ ਰਾਜੇ ਹੁੰਦੇ ਨਾ, ਸ਼ਾਸਕ ਹੁੰਦੇ, ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ। ਮੁਸਲਮਾਨ ਤੇ ਸਿੱਖ ਧਰਮ ਦਾ ਆਪਸੀ ਜਿਹੜਾ ਗੂੜਾ ਸੰਬੰਧ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵੇਲੇ, ਗੁਰੂ ਨਾਨਕ ਸਾਹਿਬ ਦੇ ਸਾਰੇ ਗੁਰੂ ਸਾਹਿਬਾਨ ਦੇ ਵੇਲੇ, ਉਹ ਐਸਾ ਇੱਕ ਰਿਲੇਸ਼ਨ ਜਿਹੜਾ ਕਿ ਤੋੜਿਆ ਨਹੀਂ ਜਾ ਸਕਦਾ। ਸਿੱਖੀ ਦੇ ਬਾਨੀ, ਸਿੱਖੀ ਦੇ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਗੁੜਤੀ ਹੀ ਇੱਕ ਮੁਸਲਮਾਨ ਦਾਈ ਦੌਲਤਾਂ ਨੇ ਦਿੱਤੀ ਸੀ। ਅਲਿਫ ਔਰ ਏਕਮਕਾਰ 'ਚ ਕੋਈ ਫਰਕ ਨਹੀਂ। ਤੋਂ ਗੁਰੂ ਸਾਹਿਬ ਦੀ ਗੱਲ ਹੁੰਦੀ, ਮੈਂ ਨਾਮ ਹੋ ਜਾਂਦਾ, ਇਹ ਕੁਦਰਤੀ ਪਤਾ ਨਹੀਂ ਕੀ ਗੱਲ, अच्छा नहीं सकता। भाई जैसे ही मैं अंदर आया, जैसे इन्होंने कहा एक नूरानियत और एक हवा, जो पहली दफ़ा जैसे मैं मक्के गया था, जो खुशबू और खुशनुदी मैंने वहाँ पाई, एक तमन्ना होती है मुसलमान की मक्का मदीना जाना, वो वहाँ दरवाजे से मुझे एहसास हुआ। ये बोले एक ऐसी हवा आई है कि बस मेरे अल्फाज नहीं है, नूरानियत मुझे लगी है। पता नहीं क्यों दूर दूर बैठे हैं और गले क्यों नहीं मिले आज तक। जैसे ਮੈਨੂੰ ਲੱਗਦਾ ਕਿ ਥੋੜਾ ਗਲੇ ਥੋੜਾ ਮਿਲਣਾ ਚਾਹੀਦਾ। ਸੰਸਾਰ ਦੀ ਜਿੰਨੀਆਂ ਕੌਮਾਂ ਨੇ ਉਹਨਾਂ ਵਿੱਚ ਆਪ ਤੌਰ 'ਤੇ ਇਤਿਹਾਸਕ ਸਾਂਝਾਂ ਹੁੰਦੀਆਂ ਨੇ, ਲੇਕਿਨ ਸਿੱਖ ਔਰ ਮੁਸਲਮਾਨ ਦੋ ਅਜਿਹੀਆਂ ਕੌਮਾਂ ਨੇ ਸੰਸਾਰ ਦੀਆਂ ਜਿਨ੍ਹਾਂ ਵਿੱਚ ਰੂਹਾਨੀ ਸਾਂਝਾਂ ਨੇ ਤੇ ਸਰੀਰਕ ਸਾਂਝਾਂ ਨੇ, सिद्धांतक साझा ने तो ऐतिहासिक साझा ने। देखो जी, इनका अखलाक देख के तो ये लगता है जैसे अल्लाह के फरिश्ते यहाँ घूम रहे हैं। बहुत दिनों बाद मुझे ऐसा अखलाक देखने को मिला है। ये है असल में स्वाद की बात कि सारा कुछ सादा सादा, लेकिन उसमें जो चाशनी थी वो मोहब्बत की चाशनी थी। सिर्फ ये दो मजहब ऐसे हैं जो एक अल्लाह को मानते हैं, एक रब को मानते हैं, कोई भी नहीं है ऐसा। गुरु नानक साहब दे ਜਿਹੜੇ ਸਿੱਖ ਨੇ, ਵਾਰਿਸ ਨੇ, ਔਰ ਭਾਈ ਮਰਦਾਨਾ ਦੇ ਜਿਹੜੇ ਵਾਰਿਸ ਨੇ, ਉਹ ਜਾਂ ਜੱਫੜੀਆਂ ਪਾ ਰਹੇ ਨੇ, ਤੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਕਿੰਨੇ ਖੁਸ਼ ਹੋ ਰਹੇ ਹੋਣਗੇ। ਇਹ ਨੇ ਡਾਕਟਰ ਨਸੀਰ ਅਖਤਰ, ਜੋ ਇਸ ਵੇਲੇ ਪੂਰੀ ਦੁਨੀਆ 'ਚ ਸਿੱਖ ਅਤੇ ਮੁਸਲਮਾਨ ਭਾਈਚਾਰੇ 'ਚ ਨਫ਼ਰਤਾਂ ਮਿਟਾਉਣ ਅਤੇ ਪਿਆਰ ਵਧਾਉਣ ਦਾ ਨੇਕ ਉਪਰਾਲਾ ਕਰ ਰਹੇ ਨੇ। ਡਾਕਟਰ ਨਸੀਰ ਅਖਤਰ ਉਸੇ ਸੋਚ ਉੱਤੇ ਪਹਿਰਾ ਦੇ ਰਹੇ ਨੇ ਜੋ ਸਿੱਖਿਆ ਸਿੱਖ ਧਰਮ ਦੇ ਬਾਨੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੂਰੀ ਦੁਨੀਆ 'ਚ ਦਿੱਤੀ। ਇਸ ਵਿੱਚ ਭਾਈ ਮਰਦਾਨੇ ਦੀ ਰਵਾਬ ਨੇ ਵੀ ਆਪਣਾ ਬਣਦਾ ਹਿੱਸਾ ਪਾਇਆ। ਇਸ ਦੇ ਚੱਲਦੇ ਇੱਕ ਵਾਰ ਮੁੜ ਤੋਂ ਭਾਈ ਮਰਦਾਨੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਾਰਸਾਂ ਨੂੰ ਇਕੱਠੇ ਦੇਖਣ ਦਾ ਸੁਪਨਾ ਲੈ ਕੇ ਚੱਲੇ ਡਾਕਟਰ ਨਸੀਰ ਅਖਤਰ ਨੇ ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੋਂ, ਜਿੱਥੇ ਇੱਕ ਕਿਤਾਬ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕੌੜਾ ਸੱਚ ਅਤੇ ਮੁਸਲਮਾਨ ਰਿਲੀਜ਼ ਕਰਵਾਈ, ਉੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਲੰਗਰ ਲਗਾਉਣ ਲਈ ਵੀ ਗੱਲਬਾਤ ਕੀਤੀ। ਕਿਤਾਬ ਦੀ ਰਿਲੀਜ਼ ਦੌਰਾਨ ਜੋ ਭਾਵੁਕ ਮਾਹੌਲ ਬਣਿਆ, ਉਸ ਮਾਹੌਲ ਨੂੰ ਸਾਡੇ ਕੈਮਰੇ ਨੇ ਕੈਦ ਕੀਤਾ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਅੱਜ ਸਿੱਖ ਅਤੇ ਮੁਸਲਮਾਨ ਭਾਈਚਾਰਕ ਸਾਂਝ ਦੇ ਇਤਿਹਾਸ ਦਾ ਬਹੁਤ ਜ਼ਿਆਦਾ ਅਹਿਮ ਦਿਨ ਹੈ। ਕਿਵੇਂ ਅਹਿਮ ਦਿਨ ਹੈ? ਕਿਉਂਕਿ ਇੱਕ ਕਿਤਾਬਚਾ ਹੈਗਾ
ਜਿਹੜਾ ਅੱਜ ਜਾਰੀ ਕੀਤਾ ਗਿਆ ਡਾਕਟਰ ਨਸੀਰ ਅਖਤਰ ਵੱਲੋਂ, ਜਿਹੜੇ ਕਿ ਸਿੱਖ ਮੁਸਲਿਮ ਸਾਂਝਾਂ ਦੇ ਸਰਪ੍ਰਸਤ ਨੇ, ਔਰ ਸਿੰਘ ਸਾਹਿਬ ਸ਼੍ਰੀ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਇੱਕ ਕਿਤਾਬ ਹੈਗੀ ਜਿਹੜੀ ਰਿਲੀਜ਼ ਕੀਤੀ ਹੈ। ਕੀ ਕਿਤਾਬ ਦੇ ਵਿੱਚ ਹੈਗਾ, ਕੀ ਅਹਿਮ ਕਿਰਦਾਰ ਹੈਗੇ ਨੇ ਇਸ ਕਿਤਾਬ ਦੇ, ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਖਾਲਸਾ ਜੀ, ਵਾਹਿਗੁਰੂ ਫਤਿਹ। ਜੀ ਫਤਿਹ ਜੀ ਸਿੰਘ ਸਾਹਿਬ, ਕੀ ਹੈਗਾ ਇਹ ਕਿਤਾਬ, ਕੀ ਹੈ, ਕੀ ਅੱਜ ਰਿਲੀਜ਼ ਕੀਤੀ ਜਿਹੜੀ ਤੁਸੀਂ? ਨਸੀਰ ਬੜੇ ਸਾਡੇ ਸਨੇਹੀ ਨੇ, ਅਕਸਰ ਹੀ ਮਿਲਦੇ ਰਹਿੰਦੇ ਨੇ ਔਰ ਵਿਦਵਾਨ ਨੇ ਬਹੁਤ ਅੱਛੇ, ਔਰ ਜਿਹੜੇ ਬਹੁਤ ਲੰਬੇ ਸਮੇਂ ਤੋਂ ਸਿੱਖ ਮੁਸਲਿਮ ਸਾਂਝਾਂ ਦੇ ਉੱਤੇ ਕੰਮ ਕਰ ਰਹੇ ਨੇ ਮਲੇਰਕੋਟਲੇ ਦੇ ਅੰਦਰ। ਇਹਨਾਂ ਦੀ ਇੰਟਰਵਿਊਜ਼ ਵੀ ਸੁਣੀਆਂ ਨੇ, ਇਹਨਾਂ ਨੇ ਕਿਤਾਬ ਲਿਖੀ ਹੈ। ਇਸ ਕਿਤਾਬ ਨੂੰ ਵੀ ਜਿਹੜਾ ਉਹ ਦੇਖਣ ਦਾ ਮੌਕਾ ਮਿਲਿਆ, ਪੜ੍ਹਨ ਦਾ ਮੌਕਾ ਮਿਲਿਆ। ਇਹਨਾਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਕੁਝ ਫੈਕਟ ਜਿਹੜੇ ਨੇ ਸਿੱਖ ਵਿਦਵਾਨਾਂ ਔਰ ਅੰਗਰੇਜ਼ ਵਿਦਵਾਨਾਂ ਦੇ ਹਵਾਲੇ ਦੇ ਨਾਲ, ਸਿੱਖ ਜਿਹੜੇ ਸੋਰਸਸ ਨੇ ਇਤਿਹਾਸ ਦੇ, ਉਹਨਾਂ ਦੇ ਹਵਾਲੇ ਦੇ ਨਾਲ ਜਿਹੜੇ ਨੇ ਇਸ ਕਿਤਾਬ ਦੇ ਵਿੱਚ ਪੇਸ਼ ਕੀਤੇ ਹੈ। ਤੇ ਇਸ ਕਿਤਾਬ ਦੇ ਵਿੱਚ ਜਿਹੜੇ ਇਹਨਾਂ ਨੇ ਫੈਕਟ ਪੇਸ਼ ਕੀਤੇ ਹੈ, ਤੱਥ ਪੇਸ਼ ਕੀਤੇ ਹੈ, ਇਹਨਾਂ ਨੂੰ ਵੀ ਸਾਡੇ ਵਿਦਵਾਨਾਂ ਨੂੰ ਜਿਹੜਾ ਹੈ ਉਹ ਇਹਦੇ ਤੇ ਵਿਚਾਰ ਕਰਨ ਦੀ ਗਹੁ ਦੇ ਨਾਲ ਬੜੀ ਵੱਡੀ ਜ਼ਰੂਰਤ ਹੈ। ਮੈਂ ਸਾਰੇ ਸਿੱਖ ਸਕਾਲਰਸ ਨੂੰ ਕਹਾਂਗਾ ਕਿ ਇਹ ਕਿਤਾਬ ਜਿਹੜੀ ਹੈ ਜ਼ਰੂਰ ਪੜ੍ਹੀ ਜਾਏ, ਤੇ ਇਹਦੇ ਵਿੱਚ ਜੋ ਡਾਕਟਰ ਨਸੀਰ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਇੱਕ ਫੈਕਟ ਜਿਹੜੇ ਨੇ ਸਿੱਖ ਇਤਿਹਾਸ ਦੇ ਗ੍ਰੰਥਾਂ 'ਚ ਜਿਹੜੇ ਦਿੱਤੇ ਨੇ, ਇਹਨਾਂ ਨੂੰ ਜਿਹੜਾ ਹੈ ਉਹ ਵਿਚਾਰਿਆ ਜ਼ਰੂਰ ਜਾਏ। ਸਿੰਘ ਸਾਹਿਬ, ਬਹੁਤ ਜਿਹੜੇ ਅਸੀਂ ਕਹਿ ਲਈਏ ਕਿ ਬੜੇ ਵਹਿਮ ਭਰਮ ਇਤਿਹਾਸ ਦੇ ਵਿੱਚ ਮਿਥਿਹਾਸ ਨੂੰ ਰਲਗੱਡ ਕਰਕੇ ਦੋ ਕੌਮਾਂ ਨੂੰ ਦੂਰ ਕਰਨ ਦੀ ਇੱਕ ਜਿਹੜੀਆਂ ਕੋਝੀਆਂ ਸਾਜ਼ਿਸ਼ਾਂ ਪਿਛਲੇ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਹੁੰਦੀਆਂ ਰਹੀਆਂ ਨੇ, ਕਿਸੇ ਹੱਦ ਤੱਕ ਰੌਸ਼ਨੀ ਪਾਏਗੀ ਇਤਿਹਾਸ ਦੇ ਉੱਤੇ? ਦੇਖੋ, ਇਤਿਹਾਸ ਜਿਹੜਾ ਨਾ ਇੱਕ ਸਬਜੈਕਟ ਹੀ ਐਸਾ ਹੈ ਜਿਹਦੇ ਤੇ ਸਮੇਂ ਦੇ ਇਤਿਹਾਸ ਜਿਹੜਾ ਹੁੰਦਾ ਨਾ, ਇਹਦੇ ਤੇ ਸਮੇਂ ਦੇ ਹਿਸਾਬ ਦੇ ਨਾਲ ਗਰਦਿਸ਼ ਥੋੜੀ ਬਹੁਤੀ ਜੰਮ ਜਾਂਦੀ ਹੈ। ਲੇਕਿਨ ਜਿਹੜੇ ਸਕਾਲਰ ਹੁੰਦੇ ਆ, ਵਿਦਵਾਨ ਹੁੰਦੇ ਆ, ਉਹ ਵਕਤ ਦੇ ਨਾਲ ਗਰਦਿਸ਼ ਨੂੰ ਉਤਾਰਦੇ ਜਾਂਦੇ ਆ ਔਰ ਸਹੀ ਇਤਿਹਾਸ ਜਿਹੜਾ ਹੈ ਉਹ ਆਪਣੀ ਕੌਮ ਦੇ ਅੱਗੇ ਪੇਸ਼ ਕਰ ਸਕਣ। ਇਹ ਵਿਦਵਾਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਵਿਦਵਾਨਾਂ ਦਾ ਕਾਰਜ ਹੁੰਦਾ, ਔਰ ਵਿਦਵਾਨ ਇਹ ਕਾਰਜ ਹਮੇਸ਼ਾ ਕਰਦੇ ਰਹਿੰਦੇ ਆ, ਔਰ ਅਜਿਹੇ ਵਿਦਵਾਨਾਂ ਨੂੰ ਜਿਹੜਾ ਉਹ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਹੈ। ਇਹ ਠੀਕ ਹੈ ਬਿਲਕੁਲ ਕਿ ਇਤਿਹਾਸ ਦੇ ਵਿੱਚ ਹਮੇਸ਼ਾ ਹੀ ਕਹਿੰਦੇ ਹੁੰਦੇ ਜਿਹੜੀ ਕੌਮ ਨੂੰ ਤੁਸੀਂ ਖਤਮ ਕਰਨਾ, ਉਸ ਕੌਮ ਦੇ ਇਤਿਹਾਸ ਨੂੰ ਖਤਮ ਕਰਦੇ ਹੋ ਜਾਂ ਗੰਧਲਾ ਕਰਦੇ ਹੋ, ਤਾਂ ਹਮੇਸ਼ਾ ਜਿਹੜੇ ਕੌਮਾਂ ਦੇ ਵਿਰੋਧੀ ਹੁੰਦੇ ਆ ਉਹ ਕੌਮਾਂ ਨੂੰ ਖਤਮ ਕਰਨ ਦੇ ਲਈ ਜਾਂ ਕਬੀਲਿਆਂ ਨੂੰ ਖਤਮ ਕਰਨ ਦੇ ਲਈ ਅਜਿਹੇ ਹੱਥਕੰਡੇ ਜਿਹੜੇ ਆ ਉਹ ਅਪਣਾਉਂਦੇ ਰਹਿੰਦੇ ਆ। ਪਰ ਜਿਹੜੇ ਵਿਦਵਾਨ ਹੈ, ਜਿਹੜੇ ਕੌਮ ਦੇ ਸਕਾਲਰ ਹੈ, ਉਹ ਆਪਣੀ ਕੌਮ ਨੂੰ ਸਾਵਧਾਨ ਕਰਦੇ ਨੇ। ਤੇ ਸਿੰਘ ਸਾਹਿਬ, ਜਦੋਂ ਦੇ ਤੁਸੀਂ ਕਾਰਜ ਸੇਵਾ ਸੰਭਾਲੀ ਹੈਗੀ ਹੈ, ਦੋਨੇ ਕੌਮਾਂ ਕੰਪੈਰੀਟਿਵਲੀ ਜ਼ਿਆਦਾ ਨਜ਼ਦੀਕ ਆਈਆਂ ਨੇ। ਆਖਿਰ ਅਜਿਹੀਆਂ ਕਿਹੜੀਆਂ ਦੂਰੀਆਂ ਸੀ ਜਿਹੜੀਆਂ ਪਹਿਲਾਂ ਪੈਦਾ ਕੀਤੀਆਂ ਗਈਆਂ ਤੇ ਤੁਹਾਡੇ ਆਉਣ ਤੋਂ ਬਾਅਦ ਜਦੋਂ ਜੀ? ਸਿੱਖ ਹਮੇਸ਼ਾ ਹੀ ਸਾਰੀਆਂ ਕੌਮਾਂ ਦੇ ਨਾਲ ਹੀ ਸਾਂਝੇਦਾਰੀ ਕਰਦਾ ਹੈਗਾ, ਸਾਡਾ ਕੋਈ ਦੁਸ਼ਮਣ ਨਹੀਂ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ, ਨਾ ਕੋ ਬਹਿਰੀ ਨਹੀਂ ਬੇਗਾਨਾ, ਸਗਲ ਸਾਗ ਹਮ ਕੌਮ ਨੇ ਆਈ। ਅਸੀਂ ਸਾਰਿਆਂ ਨਾਲ ਹੀ ਸਾਂਝ ਪਾ ਕੇ ਜਿਹੜਾ ਉਹ ਚੱਲਣਾ ਚਾਹੁੰਦੇ। ਸਾਡਾ ਫਲਸਫਾ ਵੀ ਇਹੋ ਦੱਸਦਾ ਹੈ। ਭਾਰਤ ਦੇ ਵਿੱਚ ਕਿਉਂਕਿ ਅਸੀਂ ਸਾਰੇ ਮਿਨੋਰਟੀਜ਼ ਹਾਂ, ਤੇ ਇਸ ਕਰਕੇ ਜਿਹੜਾ ਹੈ ਸਾਨੂੰ ਜਿਹੜਾ ਵਧੇਰੇ ਸਾਵਧਾਨੀ ਦੇ ਨਾਲ ਜਿਹੜਾ ਹੈ ਉਹ ਕਦਮ ਧਰਨ ਦੀ ਬਹੁਤ ਵੱਡੀ ਜ਼ਰੂਰਤ ਹੈ, ਤਾਂ ਕਿ ਇਸ ਮੁਲਕ ਦੇ ਵਿੱਚ ਸਾਡੇ ਹੱਕ ਹਕੂਕ ਜਿਹੜੇ ਆ ਉਹ ਸੁਰੱਖਿਅਤ ਰਹਿਣ, ਕਾਇਮ ਰਹਿਣ। ਇਹਦੇ ਲਈ ਸਾਨੂੰ ਯਤਨਸ਼ੀਲ ਰਹਿਣਾ ਚਾਹੀਦਾ। ਜੀ 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 ਡਾਕਟਰ ਸਾਹਿਬ, ਕੀ ਇੱਕ ਕਿਤਾਬ ਦੇ ਵਿੱਚ ਕੀ ਤੁਸੀਂ ਬੜਾ ਜਿਹੜਾ ਟਾਈਟਲ ਵੀ ਇਹਦਾ ਦਿੱਤਾ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕੌੜਾ ਸੱਚ ਅਤੇ ਮੁਸਲਮਾਨ, ਇਹ ਟਾਈਟਲ ਕਿਉਂ ਦਿੱਤਾ ਔਰ ਇਹਦੇ ਪਿੱਛੇ ਦੀ ਕੀ ਕਹਾਣੀ ਕੀ ਹੈ, ਕੀ ਮਨ ਦੇ ਵਿੱਚ ਹੈ? ਸਾਰੀਆਂ ਤਾਰੀਫਾਂ ਉਸ ਰੱਬ ਲਈ ਨੇ ਜਿਹੜਾ ਸਾਰੇ ਜਗ ਦਾ ਸਾਜਨਹਾਰ ਤੇ ਪਾਲਣਹਾਰ ਹੈ। ਉਸ ਇੱਕ ਰੱਬ ਨੂੰ ਹੀ ਵੱਖ-ਵੱਖ ਭਾਸ਼ਾਵਾਂ ਵਿੱਚ ਅੱਲਾਹ, ਅਕਾਲ ਪੁਰਖ, ਪ੍ਰਭੂ, ਪਰਮਾਤਮਾ, ਲਾਰਡ ਗੋਡ ਆਦਿ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ। ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਇੱਕ ਫਰਮਾਨ ਹੈ, ਦਸਮ ਗ੍ਰੰਥ ਅਕਾਲ ਉਸਤਤ ਅੰਗ 42 ਤੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸੇ ਮਕਸਦ ਮੁੱਖ ਰੱਖ ਕੇ, ਕਿਉਂਕਿ ਉਹ ਪ੍ਰੇਮ ਲਈ ਜ਼ਰੂਰੀ ਹੈ ਇਨਸਾਨੀਅਤ ਨੂੰ ਜੋੜਨਾ। ਸੰਸਾਰ ਦੀ ਜਿਹੜੀ ਸਭ ਤੋਂ ਵੱਡੀ ਸਾਂਝ ਹੈ ਉਹ ਇਨਸਾਨੀਅਤ ਹੈ। ਇਨਸਾਨੀਅਤ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਸਾਂਝ ਹੈ ਉਹ ਅਕਾਲ ਪੁਰਖ ਦੀ ਏਕਤਾ ਦੀ ਹੈ। ਜਿਵੇਂ ਸਿੰਘ ਸਾਹਿਬ ਨੇ ਫਰਮਾਇਆ ਵੀ ਅਸੀਂ ਸਾਰੇ ਇਨਸਾਨੀਅਤ ਹੋਣ ਦੇ ਨਾਤੇ ਇੱਕ ਹਾਂ, ਲੇਕਿਨ ਸਾਡੇ ਦੋ ਕੌਮਾਂ, ਦੋ ਤੌਹੀਦ ਪ੍ਰਸਤ ਕੌਮਾਂ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਮੂਲ ਮੰਤਰ ਨਾਲ ਹੁੰਦੀ ਹੈ, ਇੱਕ ਓਂਕਾਰ ਤੋਂ ਸ਼ੁਰੂ ਹੁੰਦਾ ਹੈ। ਮਿਸਟਰ ਮੈਕਾਲਵੋਏ ਨੇ, ਪ੍ਰਸਿੱਧ ਅੰਗਰੇਜ਼ ਸਕਾਲਰ, ਉਹਨਾਂ ਨੇ ਜਿਹੜਾ ਟਰਾਂਸਲੇਟ ਕੀਤਾ, ਦੇਰ ਇਜ਼ ਨੋ ਅਦਰ ਬਟ ਵਨ ਗੋਡ, ਇਹਦਾ ਅਰਥ ਕੀਤਾ ਇਸ ਤਰ੍ਹਾਂ ਨਾਲ। ਇਹ ਲਾ ਇਲਾਹਾ ਇਲਾ ਦਾ ਹੀ ਲਫ਼ਜ਼ੀ ਤਰਜਮਾ ਹੈ। ਇੱਕ ਬੰਦਾ ਪਾਣੀ ਨੂੰ ਜਲ ਕਹਿ ਕੇ ਪੀ ਰਿਹਾ, ਇੱਕ ਵਾਟਰ ਕਹਿ ਕੇ ਪੀ ਰਿਹਾ, ਫਰਕ ਤਾਂ ਕੋਈ ਨਹੀਂ ਹੈ ਨਾ। ਇਸ ਲਈ ਸਾਡੀ ਤਾਂ ਜੜ ਇੱਕ ਹੈ। ਜੇ ਅੱਗੇ ਆ ਕੇ ਦੋ ਟਹਿਣੀਆਂ ਬਣੀਆਂ ਤਾਂ ਕੋਈ ਫਰਕ ਨਹੀਂ ਪੈਂਦਾ ਨਾ। ਸਾਡੀ ਬੁਨਿਆਦ ਇੱਕ ਹੈ, ਸਾਡੀ ਜੜ ਇੱਕ ਹੈ। ਤੇ ਇਹ ਜਿਵੇਂ ਸਿੰਘ ਸਾਹਿਬ ਨੇ ਫਰਮਾਇਆ, ਸਮੇਂ-ਸਮੇਂ ਤੇ ਕੁਝ ਲੋਕ ਜਿਹੜੇ ਸ਼ਾਸਕ ਹੁੰਦੇ ਨੇ, ਸ਼ਾਸਕਾਂ ਦਾ ਕੋਈ ਧਰਮ ਨਹੀਂ ਹੁੰਦਾ ਹੈ, ਉਹਨਾਂ ਲਈ ਪਹਿਲਾਂ ਉਹਨਾਂ ਦੀ ਹੁਕੂਮਤ ਹੁੰਦੀ ਹੈ, ਧਰਮ ਮਗਰ ਹੁੰਦਾ, ਬਲਕਿ ਉਹ ਤਾਂ ਧਰਮ ਨੂੰ ਆਪਣੇ ਮੁਫਾਦ ਲਈ ਇਸਤੇਮਾਲ ਕਰਦੇ ਰਹੇ ਨੇ ਤੇ ਅੱਜ ਵੀ ਕਰ ਰਹੇ ਨੇ। ਬਲਕਿ ਅੱਜ ਦਾ ਧਰਮ ਦੇ ਹੁੱਕੇ ਲਾ ਕੇ ਹੁਕੂਮਤਾਂ ਚਲਾਈਆਂ ਜਾ ਰਹੀਆਂ ਤੇ ਪ੍ਰਾਪਤ ਕੀਤੀਆਂ ਜਾ ਰਹੀਆਂ ਨੇ। ਤੇ ਇਸੇ ਮਕਸਦ ਮੁੱਖ ਰੱਖ ਕੇ ਸਿੰਘ ਸਾਹਿਬ ਦੀ ਜਦੋਂ ਦੇ ਆਏ ਨੇ ਕੱਲ੍ਹ ਤੱਕ, ਰੱਬ ਇਹਨਾਂ ਨੂੰ ਹੋਰ ਤਰੱਕੀ ਬਖਸ਼ੇ, ਇਹਨਾਂ ਦੀ ਲੰਬੀ ਉਮਰ ਬਖਸ਼ੇ। ਮੈਂ ਤਾਂ ਉਦੋਂ ਦੀ ਦੁਆਵਾਂ ਦਿੰਦਾ ਆ ਰਿਹਾ, ਕਿਉਂਕਿ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਨੇ ਔਰ ਸਿੱਖ ਧਰਮ ਦਾ ਅਸਲ ਜਿਹੜਾ ਚਿਹਰਾ, ਅਸਲ ਜਿਹੜੀ ਤਸਵੀਰਾਂ ਪੇਸ਼ ਕਰ ਰਹੇ ਨੇ। ਤੇ ਇਹਨਾਂ ਦੀ ਰਹਿਨਮਾਈ 'ਚ ਅਸੀਂ ਬਹੁਤ ਸਾਰੀਆਂ ਪਲਾਂਘਾਂ ਪੱਟੀਆਂ ਨੇ ਔਰ ਹੋਰ ਵੀ ਅਸੀਂ ਜਿਹੜੀ ਸਾਡੀ ਦੋਹਾਂ ਕੌਮ ਨੇ
ਤੋਹੀਦ ਦੇ ਨਾਤੇ ਦੇ। ਬਾਕੀ ਤਾਂ ਸਾਰੀ ਇਨਸਾਨੀਅਤ ਰੱਬ ਦਾ ਪਰਿਵਾਰ ਹੈ, ਸਾਰੇ ਇੱਕਾਂ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਭਾਤੀ ਅੰਗ 1349 ਤੇ ਕਿਹਾ ਗਿਆ ਨਾ। ਤੇ ਉਹ ਤਾਂ ਅਸੀਂ ਇੱਕ, ਲੇਕਿਨ ਤੋਹੀਦ ਦੇ ਮਾਮਲੇ 'ਤੇ ਅਸੀਂ ਦੋਵੇਂ ਇੱਕਾਂ ਔਰ ਸ਼ੁਰੂ ਤੋਂ ਇੱਕ ਰਹੇ ਹਾਂ। ਇਸ ਕਰਕੇ ਮੈਂ ਅਕਸਰ ਕਹਿੰਦਾ ਉਹਨਾਂ ਧਰਮ ਦੇ ਮਾਮਲੇ 'ਤੇ ਨਾ ਸਿੱਖ ਧਰਮ ਦੀ ਇਸਲਾਮ ਨਾਲ ਕਦੇ ਲੜਾਈ ਸੀ, ਨਾ ਕਦੇ ਹੈ, ਨਾ ਭਵਿੱਖ 'ਚ ਹੋ ਸਕਦੀ ਹੈ, ਕਿ ਦੋਹਾਂ ਦੀ ਜੜ ਇੱਕ ਹੈ। ਤੇ ਮੈਂ ਬਹੁਤ ਹੀ ਧੰਨਵਾਦੀ ਹਾਂ, ਸਾਡੀ ਪੂਰੀ ਟੀਮ ਸਿੱਖ ਮੁਸਲਮਾਨ ਸਾਂਝਾ ਦੇ ਪਹੁੰਚੀ ਹੈ ਤੇ ਸਾਡੇ ਕੁਝ ਬੰਬੇ ਤੋਂ ਵੀ ਲੋਕ ਆਏ ਨੇ ਇੱਕ ਕਿਤਾਬ ਦੀ ਰਿਲੀਜ਼ ਵਾਸਤੇ। ਅਸੀਂ ਬਹੁਤ ਹੀ ਧੰਨਵਾਦ ਕਰਦੇ। ਕਿਤਾਬ ਦੇ ਵਿੱਚ ਇਸ ਤਰ੍ਹਾਂ ਦਾ ਕੀ ਹੈ ਜੀ, ਕੀ ਕਿਤਾਬ ਦੇ ਵਿੱਚ ਕੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ? ਦੇਖੋ, ਤਸਵੀਰ ਦੇ ਦੋ ਰੁਖ ਹੁੰਦੇ ਨੇ, ਇੱਕ ਮਿਥਿਹਾਸਿਕ ਰੁਖ, ਇੱਕ ਇਤਿਹਾਸਿਕ ਰੁਖ। ਹੁਣ ਤੱਕ ਅਕਸਰ ਮਿਥਿਹਾਸਿਕ ਰੁਖ ਪੇਸ਼ ਕੀਤਾ ਜਾਂਦਾ ਰਿਹਾ। ਇਹਦੇ ਕਿਤਾਬ ਵਿੱਚ ਸਿੱਖ ਲਿਟਰੇਚਰ ਦੇ ਆਧਾਰ 'ਤੇ ਉਹ ਇਤਿਹਾਸਿਕ ਘਟਨਾਵਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਸਿੱਖ ਇਤਿਹਾਸਕਾਰਾਂ ਨੇ ਆਪ ਹੀ ਵਰਣਨ ਕੀਤੀਆਂ ਨੇ। ਹੁਣ ਬਾਕੀ ਪਾਠਕਾਂ ਦੇ ਹੈ, ਉਹ ਫੈਸਲਾ ਕਰਨਗੇ, ਉਹ ਜੱਜ ਨੇ। ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆਰਾ ਮੰਜੀ ਸਾਹਿਬ ਦੇ ਵਿੱਚ, ਜਿਹੜੀ ਅੱਜ ਕਿਤਾਬ ਹੈਗੀ ਹੈ ਇਤਿਹਾਸ ਨੂੰ ਵਰਣਨ ਕਰਦੀ। ਔਰ ਵੱਡੀ ਗੱਲ ਇਸ ਕਿਤਾਬ ਦੇ ਵਿੱਚ ਇਹ ਹੈ ਕਿ ਇਸ ਕਿਤਾਬ ਦੇ ਵਿੱਚ ਸਿੱਖ ਵਿਦਵਾਨਾਂ ਦਾ ਹੀ ਜਿਹੜਾ ਜ਼ਿਕਰ ਕੀਤਾ ਗਿਆ ਹੈ, ਉਹੀ ਵਿਦਵਾਨ ਜਿਹੜੇ ਕਿ ਪ੍ਰਮਾਣਿਕਤਾ ਦੀ ਕਸੌਟੀ ਦੇ ਉੱਤੇ ਖਰੇ ਉਤਰਦੇ ਨੇ ਸਿੱਖ ਇਤਿਹਾਸਕਾਰਾਂ ਦੇ ਵਿੱਚ ਵੀ ਔਰ ਸਿੱਖ ਭਾਈਚਾਰੇ ਦੇ ਵਿੱਚ ਵੀ। ਉਹਨਾਂ ਦੇ ਲਿਹਾਜ਼ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਜਿਹੜਾ ਕੌੜਾ ਸੱਚ ਹੈਗਾ, ਉਹ ਅੱਜ ਇੱਥੇ ਇੱਕ ਕਿਤਾਬ ਦੇ ਰੂਪ ਦੇ ਵਿੱਚ, ਕਿਤਾਬਚੇ ਦੇ ਰੂਪ ਦੇ ਵਿੱਚ ਇਤਿਹਾਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਸਿੱਖ ਮੁਸਲਿਮ ਸਾਂਝਾਂ ਦੀਆਂ ਤਸਵੀਰਾਂ ਨੇ। ਜੋ ਰਵਾਇਤ ਹੈਗੀ ਹੈ, ਜੋ ਰਿਵਾਜ਼ ਹੈਗਾ, ਇਹ ਸ਼ਹਿਰ ਮਲੇਰਕੋਟਲਾ ਦੇ ਸਿੱਖ ਮੁਸਲਿਮ ਸਾਂਝਾਂ ਦੇ ਨੇ ਲੋਕ ਨੇ ਜਿਹੜੇ ਪਿਆਰ ਮੁਹੱਬਤ ਹੈ ਜਿਹੜਾ ਉਹ ਆਪਸ ਦੇ ਵਿੱਚ ਵੰਡਿਆ ਜਾ ਰਿਹਾ ਹੈ। ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮਲੇਰਕੋਟਲੇ ਤੋਂ, ਬੰਬੇ ਤੋਂ ਵੀ, ਸਹਾਰਨਪੁਰ ਤੋਂ ਵੀ, ਬਹੁਤ ਵੱਖ-ਵੱਖ ਸ਼ਹਿਰਾਂ ਤੋਂ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਇਕੱਠੇ ਹੋਏ ਨੇ। ਜਿਹੜੀ ਕਿਤਾਬ ਹੈਗੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕੌੜਾ ਸੱਚ ਅਤੇ ਮੁਸਲਮਾਨ ਦੇ ਸਿਰਲੇਖ ਹੇਠ ਅੱਜ ਜਾਰੀ ਕੀਤੀ ਗਈ ਹੈ। ਜੀ ਸੋ ਸਾਡੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਸੈਕਟਰੀ ਸਾਹਿਬ ਵੀ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਤੁਸੀਂ ਕਿਤਾਬ ਸਿਰਲੇਖ ਦੇਖਿਆ, ਸਿਰਲੇਖ ਦੇਖ ਕੇ ਕੀ ਚੱਲ ਰਿਹਾ ਹੈ ਇਸ ਵੇਲੇ ਮਨ 'ਚ ਤੁਹਾਡੇ? ਕਿਤਾਬ ਦਾ ਸਿਰਲੇਖ ਬਹੁਤ ਵਧੀਆ ਜੀ, ਕਿਉਂਕਿ ਮੁਸਲਮਾਨ ਭਾਈਚਾਰਾ ਤੇ ਸਿੱਖ ਭਾਈਚਾਰਾ ਜਿਹੜਾ ਨੇ ਇੱਕ ਪਰਮਾਤਮਾ ਯਕੀਨ ਕਰਨ ਵਾਲੀ ਕੌਮ ਹੈਗੀ ਹੈ। ਸਿੱਖ ਭਾਈਚਾਰਾ, ਮੁਸਲਮਾਨ ਭਾਈਚਾਰਾ ਇੱਕ ਗੌਰ 'ਤੇ ਯਕੀਨ ਕਰਦੇ ਆ, ਇੱਕ ਓਂਕਾਰ 'ਤੇ ਯਕੀਨ ਕਰਦੇ ਆ, ਇੱਕ 'ਤੇ ਯਕੀਨ ਕਰਦੇ ਆ। ਮੈਨੂੰ ਲੱਗਦਾ ਕਿ ਨਸੀਰ ਸਾਹਿਬ ਨੇ ਇਸ ਕਿਤਾਬ ਦੇ ਵਿੱਚ ਉਹ ਸਾਰੇ ਇਤਿਹਾਸਕ ਹਵਾਲੇ ਦਿੱਤੇ ਨੇ ਜਿਨ੍ਹਾਂ ਕਰਕੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੋਈ ਸੀ। ਔਰ ਮੈਂ ਮਹਿਸੂਸ ਕਰਦਾ ਕਿ ਜਿਹੜੇ ਰਾਜੇ ਹੁੰਦੇ ਨਾ, ਸ਼ਾਸਕ ਹੁੰਦੇ, ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ। ਮੁਸਲਮਾਨ ਤੇ ਸਿੱਖ ਧਰਮ ਦਾ ਆਪਸੀ ਜਿਹੜਾ ਗੂੜਾ ਸੰਬੰਧ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵੇਲੇ, ਗੁਰੂ ਨਾਨਕ ਸਾਹਿਬ ਦੇ ਸਾਰੇ ਗੁਰੂ ਸਾਹਿਬਾਨ ਦੇ ਵੇਲੇ, ਉਹ ਐਸਾ ਇੱਕ ਰਿਲੇਸ਼ਨ ਜਿਹੜਾ ਕਿ ਤੋੜਿਆ ਨਹੀਂ ਜਾ ਸਕਦਾ, ਟੁੱਟ ਨਹੀਂ ਸਕਦਾ। ਸੋ ਨਸੀਰ ਕੋਸ਼ਿਸ਼ ਤਾਂ ਬਹੁਤ ਕੀਤੀ ਗਈ। ਇਹ ਪੋਲੀਟੀਕਲ ਸਾਰੀਆਂ ਰੋਲ ਹੁੰਦੀ ਹੈ ਜੀ। ਜੋ ਨਸੀਰ ਸਾਹਿਬ ਨੇ ਇਹਦੇ 'ਚ ਪੇਸ਼ ਇਤਿਹਾਸਕ ਹਵਾਲੇ ਕੀਤੇ ਨਾ, ਔਰ ਇਹ ਇਤਿਹਾਸਕ ਹਵਾਲੇ ਸਿੱਖ ਧਰਮ ਦੀਆਂ ਜਿਹੜੀ ਕਿਤਾਬਾਂ ਛਪੀਆਂ ਉਹਨਾਂ ਵਿੱਚ ਵੀ ਹੈਗੇ ਨੇ, ਇਹ ਨਹੀਂ ਕਿ ਇਹਨਾਂ ਨੇ ਵੱਖਰੇ ਕੀਤੇ ਆ। ਸੋ ਇਹ ਇਤਿਹਾਸਕ ਹਵਾਲੇ ਇਹ ਕਹਿੰਦੇ ਨੇ ਕਿ ਸਿੱਖ ਧਰਮ ਤੇ ਮੁਸਲਮਾਨ ਧਰਮ ਇੱਕ ਅੱਲਾਹ 'ਚ, ਪਰਮਾਤਮਾ 'ਚ, ਵਾਹਿਗੁਰੂ 'ਚ ਯਕੀਨ ਕਰਨ ਵਾਲਾ ਧਰਮ ਹੈ ਔਰ ਸਾਰੀ ਦੁਨੀਆ ਨੂੰ ਇੱਕ ਨਿਗਾਹ ਨਾਲ ਵੇਖਦਾ, ਕੋਈ ਵੈਰ ਵਿਰੋਧ ਨਹੀਂ ਹੈ। ਜਿਹੜੇ ਸਾਡੇ 'ਚ ਪਾੜੇ ਪਾੜ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਤੋਂ ਬਚਣ ਦੀ ਲੋੜ ਹੈ। ਸਿਆਸੀ ਜਿਹੜਾ ਕੰਮ ਹੈ ਉਸ ਤੋਂ ਬਚਣ ਦੀ ਲੋੜ ਹੈ। ਔਰ ਸਾਨੂੰ ਸਾਰਿਆਂ ਨੂੰ ਧਰਮੀ, ਕਿਉਂਕਿ ਦੋ ਤਰ੍ਹਾਂ ਦੀ ਦੁਨੀਆ ਦੇ ਲੋਕ ਹੈਗੇ ਜੀ, ਇੱਕ ਬਲੀਵਰਸ ਤੇ ਇੱਕ ਨਾਨ ਬਲੀਵਰਸ ਜੀ। ਤੇ ਸਾਡਾ ਬਲੀਵਰਸ ਜਿਹੜੇ ਹੈ ਨਾ ਜੀ, ਉਹਨਾਂ ਵਿੱਚੋਂ ਮੈਂ ਮਹਿਸੂਸ ਕਰਦਾ ਕਿ ਮੁਸਲਮਾਨ ਤੇ ਸਿੱਖ ਧਰਮ ਜਿਹੜਾ ਇੱਕ ਅੱਲਾਹ 'ਚ, ਇੱਕ ਵਾਹਿਗੁਰੂ ਯਕੀਨ ਕਰਨ ਲੋਕ ਹੈ। ਤੇ ਅਸੀਂ ਧਰਮ ਦਾ ਜਿਹੜਾ ਜਕਾਰ ਕਰਨ ਵਾਲੇ ਲੋਕ ਹੈਗੇ ਆ, ਤੇ ਧਰਮ ਦਾ ਸਾਰੀ ਦੁਨੀਆ ਦੇ ਚੌਂਕੰਡੀ ਪ੍ਰਚਾਰ ਪ੍ਰਸਾਰ ਹੋਵੇ, ਇਹਦੀ ਆਪਾਂ ਤਮੰਨਾ ਕਰਦੇ ਹਾਂ। ਇਹੀ ਇਸ ਕਿਤਾਬ 'ਚ ਲਿਖਿਆ ਹੈ। ਮੈਂ ਨਸੀਰ ਸਾਹਿਬ ਨੂੰ ਬਹੁਤ ਵਧਾਈ ਦਿੰਦਾ। ਇਹ ਇਸ ਕਤਰੇ ਤੋਂ ਮਿਲ ਜਾਏਗੀ ਕਿਤਾਬ ਜੀ, ਜੇ ਕਿਸੇ ਨੇ ਲੈਣੀ ਹੋਵੇ? ਇਹ ਕਿੱਥੇ ਰਖਵਾਉਣੀ ਹੈ ਜੀ ਕਿਤਾਬ, ਜਾਂ ਲਾਇਬ੍ਰੇਰੀ ਤੋਂ ਮਿਲੇਗੀ? ਆਪਣੀ ਬਾਤ ਪ੍ਰਬੰਧਕ ਕਮੇਟੀ ਨੂੰ ਦਿਆਂਗੇ ਜੀ। ਉਸ ਤੋਂ ਬਾਅਦ ਇਹ ਅਕਾਲ ਤਖਤ ਸਾਹਿਬ 'ਤੇ ਹੋਏਗੀ। ਜਿਹੜੀਆਂ ਸਿੱਖ ਜਥੇਬੰਦੀਆਂ ਮੇਨ ਸਿੱਖ ਸਕਾਲਰ ਜਿਹੜੇ ਆ, ਉਹਨਾਂ ਨੂੰ ਵੀ ਅਸੀਂ ਨਸੀਰ ਸਾਹਿਬ ਨੂੰ ਬੇਨਤੀ ਕਰਾਂਗੇ, ਐਡਰੈਸ ਪ੍ਰੋਵਾਈਡ ਕਰਾਂਗੇ, ਉਹਨਾਂ ਨੂੰ ਭੇਜਿਆ ਜਾਵੇ ਤਾਂ ਕਿ ਇਹ ਜਿਹੜਾ ਇਤਿਹਾਸਿਕ ਫਲਸਫਾ ਇਹ ਅੱਗੇ ਜਾਵੇ। ਨਸੀਰ ਸਾਹਿਬ ਨੂੰ ਬਹੁਤ ਬਹੁਤ ਵਧਾਈ। ਔਰ ਜਿੰਨਾ ਮੁਸਲਿਮ ਭਾਈਚਾਰਾ ਅੱਜ ਅਕਾਲ ਤਖਤ ਸਾਹਿਬ 'ਤੇ ਇਕੱਠਾ ਹੋਇਆ ਔਰ ਇੱਕ ਕਿਤਾਬ ਰਿਲੀਜ਼ ਹੋਈ ਹੈ, ਮੈਂ ਬਹੁਤ ਵਧਾਈ ਦਿੰਦਾ। ਔਰ ਅੱਗੋਂ ਵੀ ਉਮੀਦ ਕਰਦਾ ਕਿ ਇਹੋ ਜਿਹੀਆਂ ਕਿਤਾਬਾਂ ਛਪੀ ਜਾਣਗੀਆਂ ਔਰ ਸਾਡੀ ਨੇੜਤਾ ਜਿਹੜੀ ਹੋਰ ਵਧੇ। ਸੋ ਨਸੀਰ ਸਾਹਿਬ, ਨੇੜਤਾ ਦੀ ਗੱਲ ਇਹਨਾਂ ਨੇ ਕੀਤੀ ਹੈ, ਕਿੰਨਾ ਕੁ ਵੱਡੀ ਖਾਈ ਹੈਗੀ ਹੈ? ਖਾਈ ਬਹੁਤ ਵੱਡੀ ਹੈ, ਕੋਸ਼ਿਸ਼ਾਂ ਕਰਨ ਵਾਲੇ ਲੋਕ ਘੱਟ ਨੇ, ਕੀ ਕਹੋਗੇ? ਖਾਈ ਨਹੀਂ ਹੈ ਬਿਲਕੁਲ, ਇਹ ਖਾਈ ਦਿਖਾਈ ਦਿੰਦੀ ਹੈ।
ਜਿਵੇਂ ਆਪਾਂ ਰੇਗਿਸਤਾਨ ਜਾਂਦੇ ਹਾਂ ਨਾ, ਉਹ ਚਮਕਦਾ ਹੁੰਦਾ ਰੇਤ, ਲੱਗਦਾ ਹੁੰਦਾ ਵੀ ਨੇੜੇ ਪਾਣੀ ਆ ਗਿਆ, ਲੇਕਿਨ ਪਾਣੀ ਨਹੀਂ ਹੁੰਦਾ ਹੈ ਨਾ, ਉਹ ਭੁਲੇਖਾ ਹੁੰਦਾ ਹੈ, ਖਾਈ ਹੈ ਹੀ ਨਹੀਂ। ਕਿਉਂਕਿ ਦੋਹਾਂ ਧਰਮਾਂ ਦੀਆਂ ਜਿਹੜੀ ਸਿਧਾਂਤਿਕ ਸਾਂਝਾਂ ਨੇ, ਮੈਂ ਤਾਂ ਆਪਣੀ ਜਿਹੜੀ ਕਿਤਾਬ ਮੇਰੀ ਲਿਖ ਰਿਹਾ, ਮੈਂ ਸਿੱਖ ਨੂੰ ਸਾਂਝਾਂ 'ਚ ਪਿਛਲੇ ਰਿਲੀਜ਼ ਵੀ ਹੋਤੀ, ਉਹਨੂੰ ਰਿਵਿਊ ਕਰ ਰਿਹਾ, ਦੁਬਾਰਾ ਐਡੀਸ਼ਨ ਰਿਵਾਈਜ਼ ਕਰਕੇ ਭੇਜ ਰਿਹਾ। ਉਹਦੇ ਵਿੱਚ ਮੇਰੇ ਦੁਨੀਆ ਸੰਸਾਰ ਦੀ ਜਿੰਨੀਆਂ ਕੌਮਾਂ ਨੇ ਉਹਨਾਂ ਵਿੱਚ ਆਪ ਤੌਰ 'ਤੇ ਇਤਿਹਾਸਿਕ ਸਾਂਝਾਂ ਹੁੰਦੀਆਂ ਨੇ, ਲੇਕਿਨ ਸਿੱਖ ਔਰ ਮੁਸਲਮਾਨ ਦੋ ਅਜਿਹੀਆਂ ਕੌਮਾਂ ਨੇ ਸੰਸਾਰ ਦੀਆਂ ਜਿਨ੍ਹਾਂ ਵਿੱਚ ਰੂਹਾਨੀ ਸਾਂਝਾਂ ਨੇ ਤੇ ਸਰੀਰਕ ਸਾਂਝਾਂ ਨੇ, ਸਿਧਾਂਤਕ ਸਾਂਝਾਂ ਨੇ ਤੇ ਇਤਿਹਾਸਕ ਸਾਂਝਾਂ ਨੇ। ਚਾਰ ਤਰ੍ਹਾਂ ਰੂਹਾਨੀ ਸਾਂਝਾ ਕਿਵੇਂ? ਜਿਵੇਂ ਜਦ ਉਹ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ, ਜਦੋਂ ਸਿੱਖੀ ਦੀ ਹਲੇ ਹੋਂਦ ਵੀ ਨਹੀਂ ਹੋਈ ਸੀ, ਸ਼੍ਰੀ ਗੁਰੂ ਨਾਨਕ ਸਾਹਿਬ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੰਸਾਰ 'ਚ ਆਏ ਵੀ ਨਹੀਂ ਥੇ, ਉਸੇ ਵੇਲੇ ਇੱਕ ਮੁਸਲਮਾਨ ਫਕੀਰ ਨੇ ਗੁਰੂ ਸਾਹਿਬ ਦੇ ਮਾਤਾ ਪਿਤਾ ਜੀ ਨੂੰ ਗੁਰੂ ਸਾਹਿਬ ਦੇ ਆਗਮਨ ਦੀ ਪੈਦਾਸ਼ ਦੀ ਖੁਸ਼ਖਬਰੀ ਦੇ ਦਿੱਤੀ ਸੀ, ਜਿਹਾ ਕਿ ਰਸਾਲਾ ਸੰਤ ਸਿਪਾਹੀ ਨਵੰਬਰ 1956 'ਚ ਲਿਖਦਾ ਹੈ ਕਿ ਇੱਕ ਮੁਸਲਮਾਨ ਫਕੀਰ ਨੇ ਗੁਰੂ ਸਾਹਿਬ ਦੇ ਪਿਤਾ ਜੀ ਨੂੰ ਗੁਰੂ ਸਾਹਿਬ ਦੀ ਪੈਦਾਸ਼ ਦੀ ਬਸ਼ਾਰਤ ਦੇ ਦਿੱਤੀ ਸੀ। ਇਹ ਸਾਡੀ ਰੂਹਾਨੀ ਸਾਂਝ ਹੈ। ਫਿਰ ਜਿਸ ਦਿਨ ਗੁਰੂ ਸਾਹਿਬ ਦਾ ਆਗਮਨ ਹੋ ਰਿਹਾ ਹੈ, ਉਸ ਰਾਤ ਨੂੰ ਰਾਏ ਬਰਾਰ ਮੁਹੰਮਦ ਪੱਟੀ, ਜਿਹੜਾ ਰਾਏ ਭੋਜ ਦੀ ਤਲਵੰਡੀ ਦਾ ਰਾਜਾ ਸੀ ਉਸ ਵੇਲੇ, ਮੁਸਲਮਾਨ ਰਾਜਾ ਜਿਹਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਕਿਹਾ ਜਾਂਦਾ, ਉਹ ਇੱਕ ਸੁਪਨਾ ਵੇਖਦਾ ਹੈ। ਲਿਖਦੇ ਨੇ ਭਾਈ ਪ੍ਰੋਫੈਸਰ ਮੋਹਨ ਸਿੰਘ ਜੀ, ਕਿਤਾਬ ਹੈ ਅਕਾਲੀ ਪੱਤਰ ਮਾਰਚ 1969 'ਚ, ਉਹਦੇ ਨਾਲ ਜਿਹੜਾ ਲਿਖਿਆ ਕਿ ਜਿਸ ਸਮੇਂ ਗੁਰੂ ਸਾਹਿਬ ਦਾ ਆਗਮਨ ਹੋ ਰਿਹਾ ਸੀ ਤਾਂ ਰਾਏ ਬਰਾਰ ਮੁਹੰਮਦ ਪੱਟੀ ਨੇ ਇਹ ਸੁਪਨਾ ਵੇਖਿਆ ਸੀ ਕਿ ਤਲਵੰਡੀ ਵਿਖੇ ਨੂਰ ਦਾ ਇੱਕ ਦਰਿਆ ਵਗੇਗਾ ਜੋ ਲੋਕਾਂ ਦੇ ਵੀਰਾਨ ਪਏ ਦਿਲਾਂ ਨੂੰ ਰੱਬੀ ਨੂਰ ਨਾਲ ਰੋਸ਼ਨ ਕਰੇਗਾ। ਉਸੇ ਹੀ ਪਲ ਜਨਮਿਆ ਕਾਲੂ ਦੇ ਘਰ ਬਾਲ, ਮਾਤਾ ਤਿਰਪਤਾ ਹੋ ਗਈ ਤੱਕਣਸਾਰ ਨਿਹਾਲ। ਇਹ ਚਾਹੁੰਦੇ ਹੈ ਨਾ, ਇਹ ਅਭੀ ਲਾਇਆ ਦਾਈ ਦੌਲਤਾਂ ਚੁੱਕ ਕਲੇਜੇ ਨਾਲ, ਕੋਸੇ ਪਾਣੀ ਨਾਲ ਫਿਰ ਦਿੱਤਾ ਤੁਰਤ ਨਿਹਾਲ, ਪੱਟ ਦੇ ਵਿੱਚ ਲਪੇਟਿਆ ਕੀਤੀ ਤੁਰਤ ਸੰਭਾਲ, ਫਿਰ ਬਿਸਮਿਲ੍ਲਾ ਆ ਕੇ ਦਿੱਤਾ ਸ਼ਹਿਦ ਚਟਾਲ। ਸਿੱਖੀ ਦੇ ਬਾਨੀ, ਸਿੱਖੀ ਦੇ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਗੁੜਤੀ ਹੀ ਇੱਕ ਮੁਸਲਮਾਨ ਦਾਈ ਦੌਲਤਾਂ ਨੇ ਦਿੱਤੀ ਸੀ। ਸੰਸਾਰ 'ਚ ਸਭ ਤੋਂ ਪਹਿਲਾਂ ਉਹਨਾਂ ਦੇ ਮਾਤਾ ਦੇ ਦੁੱਧ ਤੋਂ ਵੀ ਪਹਿਲਾਂ ਜੇ ਕੋਈ ਚੀਜ਼ ਗੁਰੂ ਸਾਹਿਬ ਦੇ ਸਰੀਰ ਦੇ ਅੰਦਰ ਗਈ ਤਾਂ ਉਹ ਧੰਨ ਮਾਈ ਦੌਲਤਾਂ ਵੱਲੋਂ ਮੁਸਲਮਾਨ ਦਾਈ ਦੌਲਤਾਂ ਨੂੰ ਦਿੱਤੀ ਹੋਈ ਗੁੜਤੀ ਸੀ। ਠੀਕ ਕਹਿ ਰਹੇ ਨੇ ਜੀ ਡਾਕਟਰ ਸਾਹਿਬ, ਕੀ ਕਹਿ ਰਹੇ ਨੇ? ਜੋ ਕਹਿ ਰਹੇ ਨੇ ਬਹੁਤ ਵਧੀਆ ਕਹਿ ਰਹੇ ਨੇ। ਆਪਾਂ ਕਹਿ ਰਹੇ हैं कि लड़ाई होगी। मैं कितने गल कहना, किसी ने कह दिया कि मुसलमानों में और सरदारों में लड़ाई हो गई, मैंने कह दिया ये बात किसी ने फैलाई होगी। ये झगड़ा नहीं होता, ये झगड़ा नहीं होता कौम दे विच, क्योंकि ਅਸੀਂ ਅੱਖਾਂ ਨਾਮ ਨੇ ਤੁਹਾਡੀਆਂ, ਕੀ ਚੱਲ ਰਿਹਾ ਮਨ? ਜਦੋਂ ਗੁਰੂ ਸਾਹਿਬ ਦੀ ਗੱਲ ਹੁੰਦੀ ਮੈਂ ਨਾਮ ਹੋ ਜਾਂਦਾ, ਇਹ ਕੁਦਰਤੀ ਪਤਾ ਨਹੀਂ ਕੀ ਗੱਲ, ਅੱਛਾ ਨਹੀਂ ਸਕਦਾ ਇਹਨੂੰ ਕਹਿੰਦੇ ਵਿਰਾਗ। ਕੁਝ ਦੋਨਾਂ ਦੋ ਤਰ੍ਹਾਂ ਦਾ ਹੁੰਦਾ, ਇੱਕ ਵਿਰਾਗ ਛੁੜਾਇਆ ਜਾਂਦਾ, ਇੱਕ ਵਿਛੋੜੇ ਛੁੜਾਇਆ ਜਾਂਦਾ। ਇਹ ਗੁਰੂ ਮਹਾਰਾਜ ਆਪ ਹੀ ਬਖਸ਼ਿਸ਼ ਕਰਦੇ। ਸੋ ਲੱਗਦਾ ਹੈ ਕਿ ਜਿਵੇਂ 47 ਤੋਂ ਪਹਿਲਾਂ ਸਾਡਾ ਪ੍ਰੇਮ ਪਿਆਰ ਸੀ ਬਹੁਤ ਜ਼ਿਆਦਾ, ਕੁਝ ਕੁ ਲੋਕਾਂ ਨੇ ਪਾੜਾ ਪਵਾਇਆ ਤੇ ਅੱਜ ਫੇਰ ਉਹੀ ਜੱਫੀ, ਉਹੀ ਮਾਹੌਲ। ਗੁਰੂ ਨਾਨਕ ਸਾਹਿਬ ਦੇ ਭਾਈ ਮਰਦਾਨੇ ਵਾਲਾ ਪਿਆਰ ਹੈ, ਪਹਿਲਾਂ ਵੀ ਚੱਲਿਆ ਆ ਰਿਹਾ ਹੈ, ਹੁੰਦਾ ਨਹੀਂ ਹੈਗਾ ਇੰਨਾ। ਅਲਿਫ ਔਰ ਏਕਮਕਾਰ 'ਚ ਕੋਈ ਫਰਕ नहीं है, ठीक है जी। अव्वल अल्लाह नूर पाया कुदरत के सब बंदे, एक नूर से सब जब उगजा कौन पले को मंदे। ਨਾ ਸਿਰਫ ਮਲੇਰਕੋਟਲੇ ਤੋਂ, ਪੰਜਾਬ ਤੋਂ, ਸਗੋਂ ਇਸ ਕਿਤਾਬ ਨੂੰ ਖਾਸ ਤੌਰ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਜੀ ਹੋਰਾਂ ਤੋਂ ਰਿਲੀਜ਼ ਕਰਵਾਉਣ ਦੇ ਲਈ ਬੰਬੇ ਤੋਂ ਵੀ ਜਿਹੜੇ ਮੁਸਲਮਾਨ ਭਾਈਚਾਰੇ ਦੇ ਕੁਝ ਕੁ ਨੁਮਾਇੰਦੇ ਆਏ ਨੇ, ਰੂਹਾਨੀ ਸ਼ਖਸੀਅਤਾਂ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਪਹਿਲੀ ਵਾਰ ਆਏ ਹੋ ਤੁਸੀਂ ਸ੍ਰੀ ਹਰਮੰਦਰ ਸਾਹਿਬ? जी मैं पहली बार आया। तो ਕਿਹੋ ਜਿਹਾ ਲੱਗਿਆ ਸਾਡਾ ਹਰਮੰਦਰ ਸਾਹਿਬ? देखो जी, इनका अखलाक देख के तो ये लगता है जैसे अल्लाह के फरिश्ते यहाँ घूम रहे हैं। बहुत दिनों बाद मुझे ऐसा अखलाक देखने को मिला है, तो अल्लाह इन्हें तरक्की दे, इस्तकामत दे और हिदायत दे हम सब लोगों को, अल्लाह पाक। और इसी तरह भाईचारे की बात जो डॉक्टर नसीर साहब और यहाँ के जो हेड हैं उन सब लोगों की आपस की आहंगनी से आज उठा है कदम, ये अल्लाह इसे और ज़्यादा तरक्की दे और हम सब लोगों के लिए फलाह महबूद का काम करे। तमाम लोग आपस में भाई भाई हैं। अगर ऊपर हम चले जाएँ आदम अलैहिस्सलाम तक तो तमाम लोग आपस में बहन भाई हैं। तो बस लेकिन क्योंकि बीच में जो सियासी लोग हैं उन्होंने नफरतें डाल के, लेकिन कोई बात नहीं, वो उनका अपना काम था, हमारा काम प्यार बांटना है। हम आपस में जब मोहब्बत बांटेंगे इंशाअल्लाह ताला तो पिछली सारी खाई दूर हो जाएगी। ਜੀ ਜੀ, ਤੁਸੀਂ ਲੰਗਰ ਵੀ ਛਕਿਆ? ਕਦੇ ਇਹੋ ਜਿਹਾ ਲੰਗਰ ਛਕਿਆ ਸੀ ਪਹਿਲਾਂ? ਕਦੇ ਰੋਟੀ ਇਹੋ ਜਿਹੀ ਖਾਧੀ ਹੈ, ਲੰਗਰ ਜਿਹਾ ਛਕਿਆ? भाई लंगर तो देखो बहुत खाए, लेकिन जो अखलाक के साथ जितनी मोहब्बत के साथ इन्होंने लंगर खाया, इसका मज़ा ही अलग था, बिल्कुल इसका स्वाद ही अलग था। हाँ, तो ये है असल में स्वाद की बात कि सारा कुछ सादा सादा, लेकिन उसमें जो चाशनी थी वो मोहब्बत की चाशनी थी। ਅੱਛਾ ਨੂਰ ਸਾਹਿਬ, ਤੁਸੀਂ ਬੰਬੇ ਤੋਂ ਆਏ ਹੋ? जी ਅੱਛਾ, ਮੁੰਬਈ ਤੋਂ ਤੁਸੀਂ ਆਏ ਹੋ, ਮਨ ਦੇ ਵਿੱਚ ਕੀ ਚੱਲ ਰਿਹਾ? ਤੁਹਾਡੀਆਂ ਵੀ ਅੱਖਾਂ ਨਮ ਨੇ। भाई जैसे ही मैं अंदर आया, जैसे इन्होंने कहा एक नूरानियत और एक हवा, जो पहली दफ़ा जैसे मैं मक्के गया था, जो खुशबू और खुशनुदी मैंने वहाँ पाई। एक तमन्ना होती है मुसलमान की मक्का मदीना जाना,
वो वहाँ दरवाजे से मुझे एहसास हुआ ये बोले एक ऐसी हवा आई है कि बस मेरे अल्फाज नहीं है, नूरानियत मुझे लगी है। पता नहीं क्यों दूर दूर बैठे हैं और गले क्यों नहीं मिले आज तक। जैसे ਮੈਨੂੰ ਲੱਗਦਾ ਕਿ ਗਲੇ ਥੋੜਾ ਮਿਲਣਾ ਚਾਹੀਦਾ। ਸੋ ਇਹ ਦੇਖੋ, ਇਹ ਤਸਵੀਰਾਂ ਨੇ ਜਿਹੜੀਆਂ ਅੱਖਾਂ ਮੇਰੀਆਂ ਵੀ ਨਮ ਨੇ, ਅੱਖਾਂ ਇਹਨਾਂ ਦੀਆਂ ਵੀ ਨਮ ਨੇ। ਸੋ ਤੁਸੀਂ ਦੇਖੋ ਤਸਵੀਰਾਂ ਜਿਹੜੀਆਂ ਇਸ ਵੇਲੇ ਹੋਰ ਕੀ ਸਾਂਝ ਪਾਉਂਗੇ ਸੰਵਾਦ ਦੀ। ਅੱਖਾਂ ਤੁਹਾਡੇ ਜਿਹੜੇ ਹੰਝੂ ਨੇ ਆਪਣੇ ਆਪ ਦੇ ਵਿੱਚ ਬਹੁਤ ਕੁਝ ਕਹਿ ਦਿੰਦੇ ਨੇ। सर मुलाकात हो जाए दिलों से और क्या चाहिए। आज इतने बड़े मुसलमान तादाद में उससे 10% भी शायद सिख हैं, लेकिन हम लोग जिस हाल में जी रहे हैं अल्लाह ही बेहतर जानता है। इसको तो आगे लेके चलाना है, पूरे मुल्क को हमें चलाना है। और जब तक ये सच्चाई सामने आएगी नहीं, बात बनेगी नहीं। सच्चाई दबाई जा रही है और कोई बात नहीं है। गुरु नानक जी ने जो ख्वाब देखा था, हमारी ज़िम्मेदारी है कि हम उसको ख्वाब को जो है अमल में लाएं। और इस्लाम और सिक्खी दोनों जो है ट्विंस ब्रदर हैं। जिस तरह से बिल्कुल जो है, क्योंकि दुनिया में जो है सिख धर्म और इस्लाम दोनों एक ऐसे मज़हब हैं जहाँ कई हज़ार मज़हब हैं, उसमें कि सिर्फ ये 2 मज़हब ऐसे हैं जो एक अल्लाह को मानते हैं, एक रब को मानते हैं, कोई भी नहीं है ऐसा। और हमारी अपनी बंदों की जिम्मेदारी है कि हम उनके ख्वाब को जो है ना हकीकत में बदल दें। ਠੀਕ ਕਹਿ ਰਹੇ ਨੇ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਸੁਪਨਾ ਦੇਖਿਆ ਸੀ ਉਹ ਅੱਜ ਇੱਕ ਵਾਰ ਫਿਰ ਤੋਂ ਸੁਰਜੀਤ ਹੋ ਰਿਹਾ, ਮੁੜ ਸੁਰਜੀਤ ਹੋ ਰਿਹਾ। ਦੇਖੋ ਅੱਜ ਐਂ ਲੱਗਦਾ ਜਿਵੇਂ ਗੁਰੂ ਨਾਨਕ ਸਾਹਿਬ ਦੇ ਜਿਹੜੇ ਸਿੱਖ ਨੇ ਵਾਰਿਸ ਨੇ ਔਰ ਭਾਈ ਮਰਦਾਨਾ ਦੇ ਜਿਹੜੇ ਵਾਰਿਸ ਨੇ ਉਹ ਜਦ ਜੱਫੀਆਂ ਪਾ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਕਿੰਨੇ ਖੁਸ਼ ਹੋ ਰਹੇ ਹੋਣਗੇ ਅੱਜ, ਹੈ ਨਾ। ਉਹ ਇਹੀ ਚੀਜ਼ ਨੂੰ ਦੇਖਣ ਵਾਸਤੇ ਉਹਨਾਂ ਨੇ ਸਾਰੇ ਆਪਣੇ ਯਾਤਰਾਵਾਂ ਕੀਤੀਆਂ ਔਰ ਸਾਰੀ ਜ਼ਿੰਦਗੀ ਗੁਜ਼ਾਰੀ ਹੈ। ਅੱਜ ਅਸੀਂ ਉਹ ਖਾਬ ਨੂੰ ਜਿਵੇਂ ਕਿਹਾ, ਸੁਪਨੇ ਨੂੰ ਪੂਰਾ ਕਰਨ ਦਾ ਇਹ ਨਿਮਾਣਾ ਜਿਹਾ ਯਤਨ ਕੀਤਾ ਹੈ। ਜਿਹੜੇ ਤੁਸੀਂ ਕਿਹਾ ਵੀ ਉਹ ਜਿਹੜੀ ਗੱਲ ਕੀਤੀ ਸੀ ਨਾ, ਉਨਕਾ ਜੋ ਕੰਮ ਹੈ ਉਹ ਅਹਿਲੇ ਸਿਆਸਤ ਜਾਣੇ। ਸਿਆਸੀ ਲੋਕਾਂ ਦਾ ਕੰਮ ਹੈ ਸਿਆਸਤ ਦੇ ਨਾਮ ਤੇ, ਧਰਮ ਦੇ ਨਾਮ ਤੇ, ਕੌਮਾਂ ਦੇ ਨਾਮ ਤੇ ਬਣਨਾ। ਉਨਕਾ ਜੋ ਕੰਮ ਹੈ ਉਹ ਅਹਿਲੇ ਸਿਆਸਤ ਜਾਣੇ। ਮੇਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ। ਅਸੀਂ ਤਾਂ ਮੁਹੱਬਤ ਦਾ ਪੈਗਾਮ ਲੈ ਕੇ ਆਏ ਹਾਂ, ਮੁਹੱਬਤ ਦਾ ਪੈਗਾਮ, ਪਿਆਰ ਦਾ ਪੈਗਾਮ ਹੀ ਫੈਲਾਉਂਦੇ ਰਹਾਂਗੇ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹਕੀਕਤ ਟੀਵੀ ਪੰਜਾਬੀ ਦੇ ਉੱਤੇ। ਹੁਣੇ ਜਿਹੜੀ ਕਿਤਾਬ ਹੈਗੀ ਹੈ ਡਾਕਟਰ ਨਸੀਰ ਅਖਤਰ ਹੋਣਾ ਦੀ, ਗੁਰਦੁਆਰਾ ਮੰਜੀ ਸਾਹਿਬ ਦਾ ਜਿਹੜਾ ਦੀਵਾਨ ਹਾਲ ਹੈਗਾ ਉਹਦੇ ਸਾਹਮਣੇ ਬਿਲਕੁਲ ਡਾਕਟਰ ਨਸੀਰ ਅਖਤਰ ਹੋਰਾਂ ਨੇ ਇਹ ਕਿਤਾਬ ਜਿਹੜੀ ਰਿਲੀਜ਼ ਕੀਤੀ ਹੈ, ਇਸੇ ਉਮੀਦ ਦੇ ਨਾਲ, ਇਸੇ ਆਸ ਦੇ ਨਾਲ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਸਾਂਝ ਦੀ, ਜਿਸ ਮੁਹੱਬਤ ਦੀ ਗੱਲ ਇਸ ਦਰਬਾਰ ਸਾਹਿਬ ਦੇ ਵਿੱਚੋਂ ਅੱਜ ਅਸੀਂ ਕਹਿ ਲਈ ਵੀ ਬਹੁਤ ਪੁਰਾਣੀ ਸਾਂਝ ਹੈਗੀ ਆ, ਮੁੜ ਸੁਰਜੀਤ ਕੀਤੀ ਹੈ। ਤੇ ਉਹੀ ਸਾਂਝ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਸੀਨਿਆਂ ਨੂੰ ਜਿਹੜੀ ਔਰ ਸਾਡੇ ਦਿਲਾਂ ਨੂੰ ਜਿਹੜੀ ਰੂਹਾਨੀਅਤ ਨਾਲ ਭਰੇ ਜਿਹੜਾ ਪਾੜਾ ਹੈ, ਜਿਹੜੀ ਖਾਈ ਹੈ ਵਿਰੋਧੀਆਂ ਨੇ 2 ਕੌਮਾਂ ਦੇ ਵਿੱਚ ਪਾਈ ਹੋਈ ਹੈ, ਉਸ ਖਾਈ ਨੂੰ ਜਿਹੜਾ ਭਰਨ ਦਾ ਜਿਹੜਾ ਯਤਨ ਹੈ ਇਸੇ ਤਰੀਕੇ ਨਾਲ ਹੁੰਦਾ ਰਹੇ। ਕਾਸਿਫ ਫਾਰੂਕੀ, ਹਕੀਕਤ ਟੀਵੀ ਪੰਜਾਬੀ, ਅੰਮ੍ਰਿਤਸਰ।